निर्मल रसना अमृत पिया। सतनाम वाहिगुरु साहिब जी। राती रुती तिथि वार पवन पानी अग्नि पाताल जिस विच धरती थाप रखी धर्मसाल जिस विच जीव जुगत के रंग तिनके नाम अनेक अनंत करमी करमी होए विचार सच्चा आप सच्चा दरबार तिथै सोहन पंच परवान नगरी कर्म पवै निशान कच पकाई उथै पाए नानक गया जापै जाए कच पकाई उथै पाए नानक गया जापै जाए। वाहिगुरु जी का खालसा वाहिगुरु जी की फतेह। साहिब गरीब नवाज जुगो जुगे अटल धन धन श्री गुरु ग्रंथ साहिब जियां दी ਅੰਮ੍ਰਿਤ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਤਹਿਤ ਸਾਹਿਬਾਂ ਦੀ ਸ਼ਾਹਕਾਰ ਰਚਨਾ ਜਪਜੀ ਸਾਹਿਬ ਜੀਆਂ ਦੀ 34ਵੀਂ ਪੌੜੀ ਦਾ ਮੂਲ ਪਾਠ ਆਪਾਂ ਪੜ੍ਹਿਆ ਤੇ ਸੁਣਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਪੌੜੀਆਂ ਅੰਦਰ ਬਖਸ਼ਿਸ਼ ਕਰਨਗੇ। ਸੰਸਾਰ ਦੇ ਸਾਰੇ ਧਰਮਾਂ ਨੂੰ ਜਦੋਂ ਆਪਾਂ ਪੜ੍ਹਨੇ ਆ ਤੇ ਦਤਾਰ ਪਾਤਸ਼ਾਹ ਜੀ ਦੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਵੇਖਣੇ ਆ, ਇੱਕ ਗੱਲ ਤੇ ਪੱਕੀ ਹੈ ਕਿ ਜਿਵੇਂ ਸਿਆਣਿਆਂ ਦੀ ਕਹਾਵਤ ਵੀ ਹੈ, ਪੰਜਾਬੀ ਦੀ ਕਹਾਵਤ ਹੈ 100 ਸਿਆਣੇ ਇੱਕੋ ਮੱਤ ਮੂਰਖਾਂ ਆਪੋ ਆਪਣੀ। ਧਰਮ ਦੀ ਦੁਨੀਆ ਵਿੱਚ ਸੱਚਮੁੱਚ ਜਦੋਂ ਬੰਦਾ ਕੋਈ ਧਰਮ ਨਾਲ ਜੁੜ ਕੇ ਪ੍ਰਭੂ ਸਿਮਰਨ ਕਰਦੇ ਆ, ਉਹਦੇ ਵਿੱਚ ਲੀਨ ਹੁੰਦਾ ਨਾ ਜੀ, ਤੇ ਜਿਹੜੀ ਉਹਨੂੰ ਪ੍ਰਾਪਤੀ ਹੁੰਦੀ ਹੈ ਉਹਦੇ ਦੱਸਣ ਦਾ ਤਰੀਕਾ, ਉਹਦੀ ਭਾਸ਼ਾ ਦਾ ਤਰੀਕਾ, ਉਹਦੇ ਸ਼ਬਦਾਵਲੀ, ਉਹਦੇ ਬੋਲਾਂ ਦਾ ਫਰਕ ਹੋ ਸਕਦਾ ਹੈ, ਪਰ ਉਹਦੇ ਅੰਦਰ ਦਾ ਅਨੁਭਵ, ਉਹਦੇ ਅੰਦਰ ਦਾ ਮਿਲਾਪ, ਉਹਦੇ ਅੰਦਰ ਦਾ ਰਸ ਸਾਰਿਆਂ ਦਾ ਇੱਕੋ ਹੁੰਦਾ ਹੈ। ਹੁਣ ਜਦੋਂ ਅਸੀਂ ਸਨਾਤਨੀ ਮੱਤ ਨੂੰ ਵੇਖਦੇ ਹਾਂ ਤੇ ਸਨਾਤਨੀ ਮੱਤ ਅੰਦਰ ਜਦੋਂ ਆਪਾਂ ਪੜ੍ਹਾਂਗੇ ਤੇ 3 ਕਾਂਡ ਮੰਨੇ ਨੇ। ਕਰਮ ਕਾਂਡ ਹੈ, ਉਪਾਸ਼ਨਾ ਕਾਂਡ ਹੈ, ਗਿਆਨ ਕਾਂਡ ਹੈ। ਕਰਮ ਕਾਂਡ ਕਰਦੇ ਹਾਂ, ਕਰਮ ਸਰੀਰ ਨਾਲ ਕੀਤੇ ਜਾਂਦੇ ਨੇ। ਉਪਾਸ਼ਨਾ ਕਾਂਡ ਦਾ ਸੰਬੰਧ ਮਨ ਨਾਲ ਹੈ। ਦੋਹਾਂ ਦਾ ਸਹਿਯੋਗ ਹੋ ਜਾਂਦਾ ਤੇ ਪ੍ਰਭੂ ਭਗਵਾਨ ਗਿਆਨ ਅੰਦਰੋਂ ਪ੍ਰਗਟ ਹੁੰਦਾ ਹੈ। ਜਿੱਦਾਂ ਕਹੀਏ ਮਨ ਹੈ ਗਿਆਨ ਕਾਂਡ ਵਿੱਚ, ਗਿਆਨ ਖੰਡ ਅੰਦਰ ਪਹੁੰਚ ਜਾਂਦਾ ਹੈ। ਇਸਲਾਮ ਮਤ ਨੂੰ ਪੜ੍ਹੋਗੇ ਤੇ ਉਹਨਾਂ ਨੇ ਇਹਦਾ ਜ਼ਿਕਰ ਮੁਹੰਮਦ ਸਾਹਿਬ ਨੇ 4 ਅਵਸਥਾ 'ਚ ਕੀਤਾ ਹੈ। ਸ਼ਰੀਅਤ ਹੈ, ਤਰੀਕਤ ਹੈ, ਮਾਰਫਤ ਹੈ, ਹਕੀਕਤ ਹੈ। ਸ਼ਰੀਅਤ ਕਹੀਏ ਕਰਮ ਕਾਂਡ ਸ਼ਰ੍ਹਾ ਹੈ ਪਹਿਲਾਂ, ਸ਼ਰ੍ਹਾ ਤੋਂ ਬਾਅਦ ਫਿਰ ਸਾਧ ਸੰਗਤ ਦੀ ਤਰੀਕਤ ਹੈ। ਅਸਲ ਵਿੱਚ ਤਰਕ ਸੱਚ ਦੇ ਨਾਮ ਤੋਂ ਬਣਿਆ ਸ਼ਬਦ ਹੈ। ਤਰੀਕਤ ਤਰਕ ਨਾਲ, ਸੱਚ ਨਾਲ ਜੁੜ ਜਾਣਾ, ਕਿੰਤੂ ਕਰਨਾ ਤਰਕ ਨਹੀਂ ਹੁੰਦਾ। ਫਿਰ ਤਰੀਕਤ ਨਾਲ ਜੁੜੇ ਦੀ ਨਿਸ਼ਾਨੀ ਹੈ ਮਾਰਫਤ, ਉਹ ਕੁਝ ਤਿਆਗਦਾ ਹੈ। ਤੇ ਜਿਹੜਾ ਹਉਮੈ ਤਿਆਗ ਦੇਵੇ ਉਹਦੇ ਅੰਦਰੋਂ ਸੰਸਾਰ ਦੀ ਪਕੜ ਤੇ ਆਪੇ ਖਤਮ ਹੋ ਹੀ ਜਾਂਦੀ ਹੈ। ਉਹ ਫਿਰ ਕਿੱਥੋਂ ਤੱਕ ਪਹੁੰਚ ਜਾਂਦਾ? ਉਹ ਪਹੁੰਚ ਜਾਂਦਾ ਹੈ ਹਕੀਕਤ, ਹੱਕ ਸੱਚ ਨਾਲ, ਪ੍ਰਭੂ ਨਾਲ, ਅੱਲਾ ਵਿੱਚ ਲੀਨ ਹੋ ਜਾਂਦਾ ਹੈ। ਇੱਦਾਂ ਹੀ ਖੈਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਇੱਥੇ 5 ਖੰਡਾਂ ਦਾ ਜ਼ਿਕਰ ਕੀਤਾ ਹੈ। 4 ਖੰਡ ਨੇ ਜਿਹੜੇ ਮਨ ਦੀਆਂ 4 ਅਵਸਥਾਵਾਂ ਨੇ। ਪਿਛਲੀ ਵਾਰ ਵੀ ਬੇਨਤੀ ਕੀਤੀ ਸੀ, ਇਹਨੂੰ ਆਪਾਂ ਸੋਹੀ ਮਹੱਲਾ ਚੌਥਾ ਦੇ ਸਰਲੇਖ ਥੱਲੇ ਜਿਹਨੂੰ ਲਾਵਾਂ ਦੀ ਬਾਣੀ ਕਹਿੰਦੇ ਉਹਦੇ ਅੰਦਰ ਵੀ ਪੜ੍ਹਨੇ ਆ।
ਹੁਣ ਸਾਹਿਬ ਜੀ ਕਹਿੰਦੇ 4 ਖੰਡ ਨੇ ਮਨ ਦੇ, 4 ਅਵਸਥਾਵਾਂ ਨੇ, ਤੇ 5ਵਾਂ ਖੰਡ ਹੈ ਸੱਚਖੰਡ ਵਸੈ ਨਿਰੰਕਾਰ। ਉਹ ਪ੍ਰਭੂ ਦੇ ਵਾਸੇ ਵਾਲਾ ਖੰਡ ਹੈ, ਪ੍ਰਭੂ ਦੇ ਮਿਲਾਪ ਵਾਲਾ ਖੰਡ ਹੈ। ਹੁਣ ਸਾਹਿਬ ਸਤਿਗੁਰੂ ਦਾਤਾਰ ਪਾਤਸ਼ਾਹ ਜੀ ਪਹਿਲਾ ਜ਼ਿਕਰ ਕਰਦੇ ਨੇ ਕਿ ਸਮਝ ਆ ਜਾਏ ਮਨੁੱਖ ਨੂੰ ਕਿ ਧਰਮ ਖੰਡ ਹੈ, ਕਿ ਧਰਮ ਦੀ ਗੱਲ ਹੈ, ਮਰਜ਼ਾਦਾ ਦੀ ਗੱਲ ਹੈ, ਵਿਧਾਨ ਦੀ ਗੱਲ ਹੈ, ਸਿਧਾਂਤ ਦੀ ਗੱਲ ਹੈ। ਪ੍ਰਭੂ ਨੇ ਜੋ ਕੁਝ ਸੰਸਾਰ ਤੇ ਪੈਦਾ ਕੀਤਾ ਹੈ ਉਹ ਸਾਰਾ ਕੁਝ ਕਿਸੇ ਨਾ ਕਿਸੇ ਰੂਪ ਅੰਦਰ ਸਾਧ ਸੰਗਤ ਦੀ ਮਰਜ਼ਾਦਾ ਅੰਦਰ ਸਾਹਿਬ ਨੇ ਬੰਨਿਆ ਹੋਇਆ ਹੈ। ਕੁਝ ਵੀ ਧਰਮ ਤੋਂ ਬਾਹਰ, ਕੁਝ ਵੀ ਮਰਜ਼ਾਦਾ ਤੋਂ ਬਾਹਰ, ਕੁਝ ਵੀ ਉਹਦੇ ਵਿਧਾਨ ਤੋਂ ਬਾਹਰ ਨਹੀਂ ਹੈ। ਤੇ ਹੁਣ ਜਿੰਨਾ ਵੀ ਕੁਝ ਤੁਸੀਂ ਵੇਖੋਗੇ, ਇੱਕ ਪਵਨ ਹੈ, ਪਾਣੀ ਹੈ, ਇੱਥੋਂ ਤੱਕ ਇਹ ਗ੍ਰਹਿ ਨਛੱਤਰ ਤਾਰੇ ਨੇ, ਉਹ ਸਾਰੇ ਧਰਮ ਦੀ ਮਰਜ਼ਾਦਾ ਅੰਦਰ ਚੱਲਦੇ ਨੇ। ਵਿਦਵਾਨਾਂ ਤੋਂ ਤੁਸੀਂ ਅਕਸਰ ਇਹ ਕਹਾਵਤ ਕਹਿ ਲਓ ਜਾਂ ਇਹ ਤਰੀਕੇ ਦੀਆਂ ਉਦਾਹਰਨਾਂ ਕਹਿ ਲਓ ਸੁਣਦੇ ਹੋ ਵੀ ਪਾਣੀ ਹੈ 2 ਕੰਢਿਆਂ ਅੰਦਰ ਵਗਦਾ ਰਵੇ ਤੇ ਮਰਜ਼ਾਦਾ ਅੰਦਰ ਵਗਦਾ ਹੈ, ਕਿੰਨਿਆਂ ਦੀਆਂ ਜ਼ਿੰਦਗੀਆਂ ਬਚਾ ਦਿੰਦਾ, ਕਿੰਨੀ ਫਸਲ ਉਹਦੇ ਕਰਕੇ ਸਿੰਜੀ ਜਾਂਦੀ ਹੈ, ਕਿੰਨੇ ਪਸ਼ੂ ਪੰਛੀ ਉਹ ਤੋਂ ਖਾਂਦੇ ਨੇ ਉਸ ਫਸਲ ਤੋਂ। ਉਹ ਧਰਮ ਦੀ ਮਰਜ਼ਾਦਾ ਕਰਕੇ ਖਾਂਦੇ ਨੇ, ਪ੍ਰਭੂ ਦੀ ਮਰਜ਼ਾਦਾ ਕਰਕੇ ਖਾਂਦੇ ਨੇ। ਤੇ ਪਾਣੀ ਕੰਢਿਆਂ ਤੋਂ ਬਾਹਰ ਹੋ ਜਾਏ, ਉਹੀ ਪਾਣੀ ਕਿਸੇ ਲਈ ਖਤਰਨਾਕ ਹੋ ਜਾਂਦਾ, ਮਾਰਨ ਲਾਇਕ ਹੋ ਜਾਂਦਾ, ਮਰ ਜਾਂਦਾ ਕੋਈ ਹੜ੍ਹਾਂ ਕਰਕੇ। ਅੱਗ ਹੈ ਚੁੱਲ੍ਹੇ ਦੇ ਅੰਦਰ ਮੱਚਦੀ ਹੈ, ਮਰਜ਼ਾਦਾ ਹੈ। ਚੁੱਲ੍ਹੇ ਤੋਂ ਬਾਹਰ ਘਰ ਨੂੰ ਖੁੱਲ੍ਹੀ ਲੱਗ ਜਾਏ ਤੇ ਸਭ ਕੁਝ ਸਾੜ ਦਿੰਦੀ ਹੈ। ਉਹੀ ਅੱਗ ਘਰ ਦੇ ਅੰਦਰ ਹੈ, ਮਰਜ਼ਾਦਾ ਹੈ, ਚੁੱਲ੍ਹੇ ਦੇ ਅੰਦਰ ਮਰਜ਼ਾਦਾ ਹੈ ਉਸੇ ਘਰ ਅੰਦਰ ਹੀ, ਪਰ ਉਸੇ ਘਰ ਤੋਂ ਬਾਹਰ ਹੋ ਗਈ, ਚੁੱਲ੍ਹੇ ਤੋਂ ਬਾਹਰ ਹੋ ਗਈ, ਕੰਟਰੋਲ ਤੋਂ ਬਾਹਰ ਹੋ ਗਈ, ਉਹ ਅੱਗ ਹੈ, ਖਤਰਨਾਕ ਹੈ। ਇਸ ਤਰੀਕੇ ਨਾਲ ਸਾਹਿਬ ਬਖਸ਼ਿਸ਼ ਕਰਦੇ ਨੇ। ਹੁਣ ਮਨੁੱਖ ਦੇ ਮਨ 'ਚ ਸਵਾਲ ਆਉਣਾ ਸੀ ਵੀ ਬੰਦਾ ਤੇ ਧਰਮ ਨਾਲ ਜੁੜਦਾ ਹੈ, ਪ੍ਰਭੂ ਸਿਮਰਨ ਕਰਦਾ ਹੈ, ਤੇ ਜਿੰਨਾ ਬਾਕੀ ਕੁਝ ਹੈ ਉਹਨਾਂ ਦਾ ਧਰਮ ਕਮਾਉਣ ਦੀ ਕੀ ਮਰਜ਼ਾਦਾ ਹੈ। ਸਾਹਿਬ ਨੇ ਉਹਦਾ ਜ਼ਿਕਰ ਇਸ ਪੌੜੀ ਅੰਦਰ ਕੀਤਾ ਹੈ, ਆਪਾਂ ਸੰਖੇਪ ਅੰਦਰ ਸਮਝਾਂਗੇ। ਸਾਹਿਬ ਕਹਿੰਦੇ ਮਾਲਕ ਨੇ ਜਿੰਨਾ ਕੁਝ ਪੈਦਾ ਕੀਤਾ ਉਹਨੇ ਪਹਿਲਾਂ ਹੀ ਮਰਜ਼ਾਦਾ ਅੰਦਰ ਪੈਦਾ ਕੀਤਾ ਹੈ, ਕੁਝ ਵੀ ਉਹਦੀ ਮਰਜ਼ਾਦਾ ਤੋਂ ਬਾਹਰ ਨਹੀਂ। ਉਹ ਕੀ ਹੈ, ਰਾਤੀ, ਰੁੱਤੀ, ਥਿੱਤੀ, ਵਾਰ, ਇਹ ਰਾਤਾਂ ਨੇ, ਇਹ ਰੁੱਤਾਂ ਨੇ, ਇਹ ਥਿੱਤਾਂ ਨੇ, ਇਹ ਵਾਰ ਨੇ। ਹੁਣ ਮਨੁੱਖ ਦੇ ਮਨ ਸੋਚ ਹੋ ਸਕਦੀ ਹੈ ਵੀ ਇਹ ਤਰੀਕਾਂ ਤੇ ਵਾਰ ਤੇ ਬੰਦੇ ਨੇ ਬਣਾਏ ਨੇ ਤੇ ਹੈ ਵੀ ਸੱਚਾਈ, ਪਰ ਰਾਤਾਂ ਤੇ ਰੁੱਤਾਂ ਇਹ ਬੰਦੇ ਨੇ ਨਹੀਂ ਬਣਾਈਆਂ। ਦਿਨ ਤੇ ਉਹਨੇ ਬਣਾਏ ਨੇ, ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਦਿਨ ਤੇ ਰਾਤ ਹੁੰਦੇ ਨੇ। ਮਾਲਕ ਜੀ ਕਹਿਣ ਲੱਗੇ ਸਭ ਕੁਝ ਉਹਨੇ ਪੈਦਾ ਕੀਤਾ, ਰਾਤਾਂ ਵੀ ਉਹਦੀਆਂ ਨੇ, ਰੁੱਤਾਂ ਵੀ ਉਹਦੀਆਂ ਨੇ। ਸ਼ਾਇਦ ਧਰਤੀ ਤੇ ਇੱਕੋ ਹੀ ਰੁੱਤ ਹੁੰਦੀ ਤੇ ਮਨੁੱਖ ਆਪਣਾ ਜੀਵਨ ਸੁਖਾਲਾ ਨਾ ਗੁਜ਼ਾਰ ਸਕਦਾ। ਕੇਵਲ ਗਰਮੀ ਹੁੰਦੀ, ਤਪਸ਼ ਬੜੀ ਖਤਰਨਾਕ ਹੈ। ਕੇਵਲ ਸਰਦੀ ਹੁੰਦੀ, ਜੀਵਨ ਰੁਕ ਜਾਂਦੇ। ਤੇ ਸਾਧ ਸੰਗਤ ਜੀ ਕੇਵਲ ਬਹਾਰ ਹੁੰਦੀ, ਸ਼ਾਇਦ ਮਨੁੱਖ ਨੂੰ ਤਪਸ਼ ਤੇ ਸਰਦੀ ਦੀ ਕੀਮਤ ਦਾ ਪਤਾ ਨਾ ਲੱਗਦਾ। ਇਸ ਲਈ ਰੁੱਤਾਂ ਉਹਨੇ ਬਣਾਈਆਂ ਨੇ। ਔਰ ਜਿਸ ਦੇਸ਼ ਵਿੱਚ ਜਿੰਨੀਆਂ ਵੱਧ ਰੁੱਤਾਂ ਨੇ ਉਨੇ ਉਹ ਦੇਸ਼ ਵੱਧ ਤਰੱਕੀ ਕਰ ਸਕਦੇ ਨੇ ਕੁਦਰਤੀ ਤੌਰ ਤੇ। ਉਹ ਵੱਖਰੀ ਗੱਲ ਹੈ ਸੰਸਾਰ ਵਿੱਚ ਉਹ ਕਾਰਨ ਬਣ ਜਾਏ ਆਗੂ ਲੋਕਾਂ ਦਾ ਤੇ ਨਾ ਕਰ ਪਾਉਣ। ਖੈਰ ਰਾਤੀ ਰੁੱਤੀ ਇਹ ਸਭ ਕੁਝ, ਰਾਤਾਂ, ਰੁੱਤਾਂ, ਥਿੱਤੀ, ਵਾਰ, ਇਹ ਮਾਲਕ ਪਰਮਾਤਮਾ ਜੀ ਨੇ ਆਪਣੇ ਹੁਕਮ ਅੰਦਰ ਸਿਰਜੀਆਂ ਨੇ। ਪਵਨ, ਪਾਣੀ, ਅਗਨੀ, ਪਾਤਾਲ। ਹੁਣ ਸਾਹਿਬ ਕਹਿਣ ਲੱਗੇ ਪਵਨ ਕਹੀਏ, ਸਾਧ ਸੰਗਤ ਜੀ ਹਵਾ, ਪਾਣੀ, ਅਗਨੀ, ਅੱਗ, ਪਾਤਾਲ ਕਹੀਏ ਧਰਤੀ ਤੋਂ ਥੱਲੇ ਦਾ ਲੋਕ, ਜਾਂ ਵਿਦਵਾਨਾਂ ਨੇ ਇਹਦੇ ਅਰਥ ਧਰਤੀ ਵੀ ਕੀਤੇ ਨੇ। ਇਹ ਸਭ ਕੁਝ ਉਹਦੇ ਹੁਕਮ ਅੰਦਰ ਹੈ। ਪਵਨ ਉਹਦੇ ਹੁਕਮ ਅੰਦਰ ਹੈ। ਜਦੋਂ ਪਵਨ ਹੁਕਮ ਤੋਂ ਬਾਹਰ ਹੋ ਜਾਏ ਤੇ ਪਵਨ ਤੋਂ ਵੱਧ ਖਤਰਨਾਕ ਕੋਈ ਨਹੀਂ। ਹਨੇਰੀਆਂ ਤੂਫਾਨਾਂ ਦਾ ਆਉਣਾ, ਇਹ ਪਵਨ ਉਹਦੇ ਹੁਕਮ ਅੰਦਰ ਹੈ। ਬੰਦੇ ਦੇ ਮਨ ਸਵਾਲ ਹੋ ਸਕਦਾ ਕਿ ਸ਼ਾਇਦ ਉਹ ਪਵਨ ਹੁਕਮ ਤੋਂ ਬਾਹਰ ਹੈ। ਸਾਹਿਬ ਕਹਿਣ ਲੱਗੇ ਨਹੀਂ, ਇਹ ਪਵਨ ਵੀ ਉਹਦੇ ਹੁਕਮ ਅੰਦਰ ਹੈ, ਉਹਦੇ ਹੁਕਮ ਤੋਂ ਬਾਹਰ ਨਹੀਂ ਹੈ। ਇਸ ਲਈ ਪਵਨ ਵੀ ਹੁਕਮ ਅੰਦਰ ਹੈ, ਪਾਣੀ ਵੀ ਹੁਕਮ ਅੰਦਰ ਹੈ। ਭੈ ਵਿੱਚ ਚੱਲ ਹੈ ਲੱਖ ਦਰਿਆਓ। ਤੇ ਜਦੋਂ ਅਗਨੀ ਦੀ ਗੱਲ ਆਈ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਸਭ ਕੁਝ ਭੈ ਕਹੀਏ ਦੀ ਕੋਸਮਿਕ ਲਾਓ ਦਾ ਹੁਕਮ। ਸਾਹਿਬ ਕਹਿੰਦੇ ਸਭ ਕੁਝ ਉਹਦੇ ਹੁਕਮ ਅੰਦਰ ਚੱਲਦਾ ਹੈ। ਧਰਮ ਹੈ ਇਹ। ਭਾਵ ਕੀ ਅਜੇ ਸਾਹਿਬ ਨੇ ਮਨੁੱਖ ਨੂੰ ਧਰਮ ਸਮਝਾਉਣਾ, ਪਰ ਮਨੁੱਖ ਨੂੰ ਸਮਝਾਉਣ ਤੋਂ ਪਹਿਲਾਂ
ਸਾਹਿਬ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਨੇ, ਭਲਿਆ ਤੂੰ ਆਪਣੇ ਆਪ ਨੂੰ ਧਰਤੀ ਦਾ ਸਿਕਦਾਰ, ਧਰਤੀ ਦਾ ਮਾਲਕ, ਚੌਧਰੀ ਮੰਨਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਹੈ ਵੀ ਚੌਧਰੀ ਇਸ ਧਰਤੀ 'ਤੇ ਤੇਰੀ ਸਿਕਦਾਰੀ ਹੈ। ਪਰ ਇਹ ਵੇਖ ਵੀ ਸਭ ਕੁਝ ਉਹਦੀ ਧਰਮ ਦੀ ਮਰਜ਼ਾਦਾ ਅੰਦਰ, ਉਹਦੇ ਹੁਕਮ ਅੰਦਰ ਚੱਲਦਾ, ਪਵਨ, ਪਾਣੀ, ਅਗਨੀ। ਔਰ ਯਾਦ ਰੱਖਿਓ, ਹੁਕਮ ਦਾ ਇੱਕ ਤਰੀਕਾ ਇਹ ਵੀ ਹੈ ਵੀ ਅੱਗ ਨੂੰ ਉਹਨੇ ਹੁਕਮ ਕਰ ਦਿੱਤਾ ਤੂੰ ਨਿੱਘ ਹੀ ਦੇਣਾ, ਪਰ ਯਾਦ ਰੱਖਿਓ ਬਲਦੀ ਹੋਈ ਅੱਗ ਕੋਲੋਂ ਕਦੇ ਠੰਡਕ ਨਹੀਂ ਮਿਲਦੀ। ਦੂਜਾ ਤਰੀਕਾ, ਪਾਣੀ ਨੂੰ ਉਹਨੇ ਹੁਕਮ ਕਰ ਦਿੱਤਾ ਤੂੰ ਪਿਆਸ ਬੁਝਾਉਣੀ ਹੈ, ਬੁਝਾਉਂਦਾ ਹੈ। ਜੋ ਉਹਨੇ ਹੁਕਮ ਕਰ ਦਿੱਤਾ ਸਭ ਕੁਝ ਉਹਦੇ ਹੁਕਮ ਅੰਦਰ, ਉਹਦੀ ਧਰਮ ਦੀ ਮਰਜ਼ਾਦਾ ਅੰਦਰ ਹੈ। ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਹਵਾ, ਪਾਣੀ, ਅਗਨੀ, ਇਹ ਡੂੰਘੇ ਪਤਾਲ ਤੋਂ ਬਾਅਦ ਇਹ ਧਰਤੀ ਨੂੰ ਉਹਨੇ ਧਰਮਸ਼ਾਲ, ਅਸਾਲ ਕਈ ਅਸਥਾਨ, ਧਰਮ ਕਮਾਉਣ ਦੀ ਤੇਰੇ ਲਈ ਅਸਥਾਨ ਬਣਾ ਦਿੱਤਾ ਹੈ। ਇਹ ਧਰਤੀ ਹੈ ਜਿਹੜੀ ਮਨੁੱਖ ਲਈ ਧਰਮ ਕਮਾਉਣ ਦਾ ਅਸਥਾਨ ਹੈ। ਧਰਤੀ ਤੋਂ ਪਰੇ ਬੰਦਾ, ਸਾਧ ਸੰਗਤ ਜੀ, ਧਰਮ ਦਾ ਇਮਤਿਹਾਨ ਤੇ ਦੇ ਸਕਦਾ, ਪਰ ਕਮਾ ਸਕਦਾ ਕੇਵਲ ਧਰਤੀ ਤੇ। ਕਿ ਸਾਹਿਬ ਬਾਬਾ ਫਰੀਦ ਸਾਹਿਬ ਜੀ ਨੇ ਤਾਦੀ ਬਚਨ ਕਹਿ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗਹਿ ਆਏ ਕੰਮ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤੇ ਸਾਹਿਬ ਕਹਿੰਦੇ ਤਿਸ ਵਿੱਚ ਦਾ ਅਰਥ ਹੈ ਧਰਮ ਦੇ ਅੰਦਰ, ਮਰਜ਼ਾਦਾ ਦੇ ਅੰਦਰ, ਆਪਣੇ ਹੁਕਮ ਦੇ ਅੰਦਰ ਹੀ ਉਸ ਪ੍ਰਭੂ ਨੇ, ਮਾਲਕ ਨੇ, ਕਾਦਰ ਨੇ ਧਰਤੀ ਨੂੰ ਧਰਮ ਕਮਾਉਣ ਦੀ ਜਗ੍ਹਾ ਬਣਾ ਦਿੱਤਾ ਹੈ। ਤੂੰ ਖਲਕਤ ਦੀ ਸੇਵਾ ਕਰਕੇ, ਲੋਕਾਈ ਦੀ ਸੇਵਾ ਕਰਕੇ, ਇਹ ਪੜ੍ਹਦਿਆਂ ਹੋਇਆਂ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀ ਹੈ ਜਦ ਤਿਸ ਬਿਨ ਕੋਈ ਨਾ ਹੈ। ਤੂੰ ਧਰਮ ਕਮਾ ਸਕਦਾ ਹੈ ਕਿਸੇ ਦੀ ਮਦਦ ਕਰਕੇ, ਕਿਸੇ ਦੇ ਕੰਮ ਆ ਕੇ, ਪ੍ਰਭੂ ਸਿਮਰਨ ਕਰਕੇ। ਇਹ ਸਭ ਕੁਝ ਜੀਵ ਕਰਮ ਕਾਂਡ ਦੁਆਰਾ, ਭਾਵ ਸਰੀਰ ਵਿੱਚ ਰਹਿੰਦੇ ਆ, ਧਰਮ ਨੂੰ ਕਮਾ ਸਕਦਾ ਹੈ ਧਰਤੀ ਤੇ। ਤਿਸ ਵਿੱਚ ਜੀ ਜੁਗਤ ਕੇ ਰੰਗ, ਇਸੇ ਧਰਤੀ ਤੇ ਮਾਲਕ ਦੇ ਹੁਕਮ ਅੰਦਰ, ਤਿਸ ਵਿੱਚ ਇਹ ਜੀ ਜੁਗਤ ਨੇ ਜਿਹੜੇ, ਇਹ ਸਾਰੇ ਉਹਨੇ ਰੰਗ ਦੇ ਅਧੀਨ ਪੈਦਾ ਕੀਤੇ ਨੇ। ਜਾਂ ਇਹ ਕਹਿ ਦਈਏ ਜੀਆਂ ਦੀ ਜੁਗਤ ਵੀ ਉਹਨੇ ਪੈਦਾ ਕੀਤੀ ਹੈ ਤੇ ਜੁਗਤ ਵਿੱਚ ਰੰਗ ਵੀ ਉਹਨੇ ਰੱਖੇ ਨੇ। ਹੁਣ ਸਾਧ ਸੰਗਤ ਜੀ, ਜੇ ਕਾਂ ਤੇ ਤੋਤੇ ਦਾ ਰੰਗ ਇੱਕੋ ਜਿਹਾ ਹੁੰਦਾ ਧਰਤੀ ਤੇ, ਨਾ ਬੰਦਾ ਵੱਖ-ਵੱਖ ਰੱਖ ਲੈਂਦਾ, ਪਛਾਣ ਤੇ ਔਖੀ ਸੀਗਾ। ਹੁਣ ਬਹੁਤ ਔਖਾ ਹੁੰਦਾ ਹੰਸ ਤੇ ਬਗਲਾ, ਉਹਨੇ ਸੁਭਾਅ ਵੱਖਰੇ ਦੇ ਦਿੱਤੇ ਹੈ, ਕੁਝ ਨਾ ਕੁਝ ਪਛਾਣ 'ਚ ਫਰਕ ਵੀ ਰੱਖਿਆ, ਪਰ ਫਿਰ ਵੀ ਆਮ ਬੰਦਾ ਹੰਸ ਤੇ ਬਗਲੇ ਨੂੰ ਵੇਖ ਕੇ ਭੁਲੇਖਾ ਖਾ ਹੀ ਜਾਂਦਾ ਹੈ। ਇੱਦਾਂ ਹੀ ਕਿਤੇ ਸਾਰੇ ਜੀਵਾਂ ਨੂੰ, ਸਾਰੇ ਪੰਛੀਆਂ ਨੂੰ, ਸਾਰੇ ਪਸ਼ੂਆਂ ਨੂੰ ਇੱਕੋ ਹੀ ਰੰਗ ਦਿੱਤਾ ਹੁੰਦਾ ਤੇ ਫਿਰ ਵੀ ਪਛਾਣਨਾ ਬੜਾ ਔਖਾ ਸੀ। ਕੁਦਰਤ ਦੇ ਬੰਦੇ ਹੋਣ ਕਰਕੇ ਮਨੁੱਖਾਂ ਦੀ ਰੰਗ ਦਾ ਵੀ ਫਰਕ ਪਾ ਦਿੱਤਾ ਉਹਨੇ। ਜਿਸ ਮਿੱਟੀ ਅੰਦਰ, ਜਿਸ ਖਿੱਤੇ 'ਚ ਪੈਦਾ ਕੀਤਾ, ਉੱਦਾਂ ਦੀ ਚਮੜੀ ਉਹਨੇ ਦੇ ਦਿੱਤੀ, ਕਿਉਂਕਿ ਜ਼ਰੂਰਤ ਵੀ ਹੈ। ਇਸ ਲਈ ਤਿਸ ਵਿੱਚ ਜੀ ਜੁਗਤ ਕੇ ਰੰਗ, ਇੱਥੇ ਹੀ ਬਸ ਨਹੀਂ, ਜਿਹੜੇ ਪੌਣ ਪਾਣੀ ਵੀ ਪੈਦਾ ਕੀਤੇ ਨੇ ਨਾ, ਪਾਣੀ ਸਾਰੀਆਂ ਨਦੀਆਂ ਦੇ ਪਾਣੀ ਦਾ ਰੰਗ ਥੋੜਾ ਬਹੁਤਾ ਡਿਫਰੈਂਟ ਜ਼ਰੂਰ ਹੋਏਗਾ, ਕਿਤੇ ਧਿਆਨ ਨਾਲ ਵੇਖਿਓ। ਸਵਾਦ ਵੀ ਵੱਖਰਾ ਹੋਏਗਾ, ਤਸੀਰ ਵੀ ਵੱਖਰੀ ਹੋਏਗੀ। ਮਨੁੱਖ ਦੇ ਸੁਭਾਅ ਵੀ ਵੱਖਰੇ ਹੈ, ਉਹਦੀ ਤਸੀਰ ਵੱਖਰੀ ਹੈ। ਪਸ਼ੂ ਪੰਛੀ ਦੇ ਸੁਭਾਅ ਵੱਖਰੇ, ਸਾਰੀਆਂ ਮੱਝਾਂ ਗਾਵਾਂ ਇੱਕੋ ਸੁਭਾਅ ਦੀਆਂ ਨਹੀਂ ਹੁੰਦੀਆਂ। ਕੁਝ ਬੜੀਆਂ ਭਲੇ ਮਾਨਸ ਹੁੰਦੀਆਂ, ਕੁਝ ਬੜੀਆਂ ਚਾਤਰ ਹੁੰਦੇ ਨੇ ਡੰਗਰ। ਇੱਦਾਂ ਮਨੁੱਖ ਦਾ ਹੈ। ਇਸ ਲਈ ਧਰਮ ਕਮਾਉਣ ਦੀ ਧਰਮਸ਼ਾਲ ਅੰਦਰ ਉਹਨੇ ਇੱਥੇ ਹੀ ਤਿਸ ਵਿੱਚ ਜੀ ਜੁਗਤ ਕੇ ਰੰਗ, ਉਹਨੇ ਬੜੇ ਜੁਗਤ ਦੇ ਨਾਲ ਜੀਆਂ ਦੇ ਅੰਦਰ ਉਹਦਾ ਭੇਦ ਰੱਖ ਕੇ ਫਰਕ ਪੈਦਾ ਕਰ ਦਿੱਤਾ। ਤਿੰਨ ਕੇ ਨਾਮ ਅਨੇਕ ਅਨੰਤ, ਇਹ ਸਾਰੇ ਜਿਹੜੇ ਪਸ਼ੂ ਪੰਛੀ ਜੀਵਾਂ ਦੇ ਉਹਨੇ ਬੇਅੰਤ ਤਰ੍ਹਾਂ ਦੇ, ਅਨੇਕ ਤਰ੍ਹਾਂ ਦੇ ਨਾਮ, ਭਾਵ ਅਨੰਤ, ਅੰਨ ਜਵਾਂ ਅੰਤ, ਅੰਨ ਕਹੀਏ ਜਿਸ ਦਾ ਨਹੀਂ ਪਤਾ, ਅੰਨ ਅੰਤ, ਅੰਤ ਤੋਂ ਪਰੇ, ਇਹਦਾ ਅੰਤ ਨਹੀਂ। ਇੰਨੇ ਤਰ੍ਹਾਂ ਦੇ, ਅਨੇਕ ਵੀ ਇੱਕ ਤਰ੍ਹਾਂ ਦੇ ਨਹੀਂ, ਅਨੰਤ ਤਰ੍ਹਾਂ ਦੇ ਅਨੇਕ, ਭਾਵ ਜਿਨ੍ਹਾਂ ਦੀ ਗਿਣਤੀ ਨਹੀਂ। ਹੁਣ ਤਿੰਨ ਕੇ ਨਾਮ ਅਨੇਕ ਅਨੰਤ, ਫਿਰ ਯਾਦ ਰੱਖਿਓ, ਆਪਾਂ ਪਿਛਲੀਆਂ ਪੌੜੀਆਂ ਸਮਝਿਆ ਸੀ। ਨਾਮ ਮਨੁੱਖ ਨੇ ਦਿੱਤਾ, ਉਹਨੇ ਅਨੰਤ ਤਰ੍ਹਾਂ ਦੇ ਜੀਵ ਪੈਦਾ ਕੀਤੇ ਨੇ, ਪਰ ਉਹ ਸਭ ਕੁਝ ਉਹਨੇ ਧਰਤੀ ਤੇ ਵੀ ਪੈਦਾ ਕੀਤਾ ਹੈ, ਇੱਥੇ ਧਰਮ ਕਮਾਇਆ ਜਾ ਸਕੇ। ਹੁਣ ਭਾਵੇਂ ਮਨੁੱਖ ਨੂੰ ਸਮਝਾਇਆ ਹੋਇਆ ਪਸ਼ੂ ਪੰਛੀਆਂ ਦੁਆਰਾ, ਪਵਨ ਪਾਣੀ ਅਗਨੀ ਪਤਾਲ, ਰੁੱਤਾਂ ਦੁਆਰਾ, ਰਾਤਾਂ ਦੁਆਰਾ, ਪਰ ਸਾਹਿਬ ਕਹਿੰਦੇ ਯਾਦ ਰੱਖ, ਮਾਲਕ ਪਰਮਾਤਮਾ ਦੀ ਦਰਗਾਹ ਅੰਦਰ ਧਰਤੀ ਤੇ ਕੀਤੇ ਹੋਏ ਕਰਮਾਂ ਦਾ ਨਖੇੜਾ ਹੋਏਗਾ। ਕਰਮੀ ਕਰਮੀ ਹੋਏ ਵਿਚਾਰ,
ਜੋ ਕੁਝ ਵੀ ਹੈ ਯਾਦ ਰੱਖਣ ਯੋਗ ਹੈ। ਮਨੁੱਖ ਕਰਮ ਜੂਨੀ ਹੈ, ਬਾਕੀ ਜੂਨੀਆਂ ਭੋਗ ਜੂਨੀਆਂ ਨੇ। ਇਹਨੂੰ ਇੱਦਾਂ ਵੀ ਕਿਹਾ ਜਾਂਦਾ ਮਨੁੱਖ ਭੋਗ ਜੂਨੀ ਵੀ ਹੈ, ਕਰਮ ਜੂਨੀ ਵੀ ਹੈ। ਜੋ ਇਹ ਕਰਮ ਕਰਦਾ ਹੈ ਇਹ ਉਹਦੇ ਲਈ ਸੁਤੰਤਰ ਤਾਂ ਹੀ ਹੈ ਕਿਉਂਕਿ ਕਰਮ ਜੂਨ ਹੈ। ਜੋ ਕਰੇਗਾ ਜਿਤ ਕੀਤਾ ਪਾਈ ਹੈ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀ ਹੈ। ਤੇ ਸਾਹਿਬ ਨੇ ਕਿਹਾ ਨਾ ਮੰਦਾ ਮੂਲ ਨਾ ਕੀਤੇ ਦੇ ਲੰਮੀ ਨਜ਼ਰ ਨਿਹਾਲੀ ਹੈ। ਹੁਣ ਦੂਜੀਆਂ ਜੂਨੀਆਂ ਭੋਗ ਜੂਨੀਆਂ ਨੇ। ਇਹ ਗੱਲ ਯਾਦ ਰੱਖਣ ਯੋਗ ਬੇਨਤੀ ਹੈ, ਧਾਰਮਿਕ ਗ੍ਰੰਥਾਂ ਨੂੰ ਪੜ੍ਹਦਿਆਂ ਇਸ ਗੱਲ ਨੂੰ ਸਮਝਿਓ। ਭੋਗ ਜੂਨੀਆਂ ਦਾ ਕਦੇ ਲੇਖਾ ਨਹੀਂ ਹੁੰਦਾ, ਕਿਉਂਕਿ ਉਹ ਕੱਲੀਆਂ ਹਰੇਕ ਚੀਜ਼ ਭੋਗਣ ਵਾਸਤੇ ਆਉਂਦੀ ਹੈ। ਸ਼ੇਰ ਹੈ, ਗਊ ਹੈ, ਸੂਰ ਹੈ, ਉਹ ਜੋ ਕੁਝ ਖਾ ਰਹੇ ਨੇ ਭੋਗ ਜੂਨੀਆਂ ਨੇ, ਉਹ ਭੋਗ ਰਹੇ ਨੇ ਕੀਤੇ ਹੋਏ। ਪਰ ਮਨੁੱਖ ਭੋਗ ਜੂਨੀ ਦੇ ਨਾਲ ਕਰਮ ਜੂਨੀ ਹੈ। ਕੀਤਾ ਹੋਇਆ ਵੀ ਭੋਗ ਰਿਹਾ ਤੇ ਕਰਮ ਕਰ ਵੀ ਰਿਹਾ। ਜੋ ਭੋਗ ਰਿਹਾ ਉਹ ਬੀਜਿਆ ਹੋਇਆ ਸੀ, ਤੇ ਜੋ ਕਰਮ ਕਰ ਰਿਹਾ ਸਾਹਿਬ ਕਹਿੰਦੇ ਬੀਜਿਆ ਜਾ ਰਿਹਾ। ਤੇ ਮਾਲਕ ਦੇ ਚਰਨਾਂ ਵਿੱਚ ਪ੍ਰਭੂ ਦੇ ਦਰ ਤੇ ਕਰਮੀ ਕਰਮੀ ਹੋਏ ਵਿਚਾਰ, ਉੱਥੇ ਕੀਤੇ ਜਾਣ ਵਾਲੇ ਕਰਮ ਦੇ ਦੁਆਰਾ ਬਖਸ਼ਿਸ਼ ਹੁੰਦੀ ਹੈ। ਵਿਦਵਾਨ ਸੱਜਣਾਂ ਨੂੰ ਜਦੋਂ ਆਪਾਂ ਪੜ੍ਹਨੇ ਸੰਸਕ੍ਰਿਤ ਵਿੱਚ ਕਰਮ ਦਾ ਅਰਥ ਹੁੰਦਾ ਹੈ ਕੀਤਾ ਜਾਣ ਵਾਲਾ ਕੰਮ। ਕਿ ਉਰਦੂ ਤੇ ਫਰਸ਼ੀਅਨ ਅੰਦਰ ਇਹਨੂੰ ਮੰਨਦੇ ਨੇ ਕਰਮ, ਬਖਸ਼ਿਸ਼, ਨਦਰ, ਮਿਹਰਮਤ। ਇੱਥੇ ਅਰਥ ਹੈ ਕਰਮਾਂ ਦਾ, ਕੀਤੇ ਜਾਣ ਵਾਲੇ ਕੰਮਾਂ ਦਾ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਹੁਣ ਜਦੋਂ ਕਰਮਾਂ ਦੀ ਗੱਲ ਆਏ, ਆਪਾਂ ਵੀ ਦੁਨਿਆਵੀ ਅਦਾਲਤਾਂ 'ਚ ਵੇਖਦੇ ਹਾਂ ਕਿ ਉੱਥੇ ਕਰਮ ਕਰਨ ਵਾਲਾ ਭਲਾ ਹੁੰਦਾ ਹੈ। ਐਲੀਗੇਸ਼ਨ ਲਾ ਕੇ, ਇਲਜ਼ਾਮ ਲਾ ਕੇ ਉਹਨੂੰ ਫਸਾ ਦਿੱਤਾ ਜਾਂਦਾ, ਕਿਉਂਕਿ ਦਰਬਾਰ ਸੱਚਾ ਨਹੀਂ, ਅਦਾਲਤ ਸੱਚੀ ਨਹੀਂ। ਤੇ ਕੋਈ ਸਾਧ ਸੰਗਤ ਜੀ ਸੱਚਮੁੱਚ ਕ੍ਰਿਮੀਨਲ ਹੁੰਦਾ, ਉਹਨੇ ਕ੍ਰਾਈਮ ਕੀਤਾ ਹੁੰਦਾ, ਉਹਨੇ ਬੁਰਾ ਕੀਤਾ ਹੁੰਦਾ, ਮੰਦ ਕਰਮ ਕੀਤਾ ਹੁੰਦਾ, ਕਤਲ ਕੀਤਾ ਹੁੰਦਾ, ਠੱਗੀ ਧੋਖਾ ਚੋਰੀ ਕੀਤੀ ਹੁੰਦੀ, ਉਹ ਬਚ ਵੀ ਜਾਂਦਾ ਕਿਉਂਕਿ ਦਰਬਾਰ ਸੱਚਾ ਨਹੀਂ। ਪਰ ਸਾਹਿਬ ਕਹਿੰਦੇ ਮਾਲਕ ਦੇ ਚਰਨਾਂ ਵਿੱਚ ਉਹਦੀ ਦਰਗਾਹ ਅੰਦਰ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉੱਥੇ ਬਿਲਕੁਲ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵਖ ਕੱਢੈ ਜਜਮਾਲਿਆ। ਥਾਉ ਨਾ ਪਾਇਨ ਕੂੜੇਆਰ, ਮੂੰਹ ਕਾਲੇ ਦੋਜਕ ਚਾਲਿਆ। ਸੱਚਾ ਆਪ ਉਹ ਸੱਚਾ ਹੈ, ਸੱਚਾ ਦਰਬਾਰ। ਸੱਚੇ ਸਾਹਿਬ ਦਾ ਦਰਬਾਰ ਵੀ ਸੱਚਾ, ਉਹਦਾ ਨਿਬੇੜਾ ਵੀ ਸੱਚਾ, ਉਹਦਾ ਦੀਵਾਨ ਸੱਚਾ ਹੈ, ਉਹਦੀ ਅਦਾਲਤ ਸੱਚੀ ਹੈ। ਫਿਰ ਉੱਥੇ ਮਾਣ ਕਿਹਨਾਂ ਨੂੰ ਮਿਲਦਾ? ਤਿੱਥੈ ਸੋਹਨ ਪੰਜ ਪ੍ਰਵਾਨ। ਸਾਹਿਬ ਕਹਿੰਦੇ ਉੱਥੇ ਸੌਂਦੇ ਨੇ ਕੌਣ? ਪੰਜ ਕਈਏ ਆਗੂ ਲੋਕ, ਪਰਵਾਨੇ ਹੋਏ, ਗੁਰਮੁਖ ਜਨ, ਸੱਚਮੁੱਚ ਦੇ ਸੰਤ ਜਨ, ਸੱਚਮੁੱਚ ਦੇ ਭਗਤ ਜਨ, ਜਿਹੜੇ ਕਹਿਣ ਮਾਤਰ ਨਹੀਂ। ਔਰ ਯਾਦ ਰੱਖਣਾ ਇੱਕ ਬੇਨਤੀ, ਚਾਹੇ ਬਚਨ ਅੱਗੇ ਆਏਗਾ, ਮੈਂ ਫਿਰ ਬੇਨਤੀ ਤੁਹਾਨੂੰ ਕਰਾਂ। ਸਾਹਿਬ ਕਹਿਣ ਲੱਗੇ ਉੱਥੇ ਨਿਬੇੜਾ ਹੋਏਗਾ ਨਾ, ਤਿੱਥੈ ਸੋਹਣ ਪੰਜ ਪ੍ਰਵਾਨ। ਉਹਦੇ ਚਰਨਾਂ ਅੰਦਰ, ਉਹਦੇ ਦਰ ਤੇ ਪਰਵਾਨੇ ਹੋਏ ਪ੍ਰਭੂ ਦੇ ਪਿਆਰੇ ਪੰਜ ਜਨ, ਜਿਨ੍ਹਾਂ ਨੂੰ ਕਿਹਾ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜੇ ਭਾਵ ਹੈ। ਦਰਗਾਹ ਮਾਣ, ਉੱਥੇ ਮਾਣ ਪਾਉਂਦੇ ਨੇ, ਸੌਂਦੇ ਨੇ ਉਹ। ਨਜ਼ਰੀ ਕਰਮ ਪਵੈ ਨਿਸ਼ਾਨ। ਹੁਣ ਇੱਥੇ ਕਰਮ ਆ ਗਿਆ ਬਖਸ਼ਿਸ਼ ਰੂਪੀ, ਜਿਹੜਾ ਆਪਾਂ ਪਹਿਲਾਂ ਸਮਝਿਆ ਉਰਦੂ ਤੇ ਫਰਸ਼ੀਅਨ ਦੇ ਸ਼ਬਦ ਰੂਪ ਅੰਦਰ। ਉਹਦੀ ਬਖਸ਼ਿਸ਼ ਨਾਲ, ਉਹਦੀ ਨਜ਼ਰ ਨਾਲ, ਉਹਦੇ ਮੱਥੇ ਤੇ ਸਾਧ ਸੰਗਤ ਜੀ ਬਖਸ਼ਿਸ਼ ਦਾ ਨਿਸ਼ਾਨ ਪੈਂਦਾ ਹੈ। ਯਾਦ ਰੱਖਣਾ ਇੱਕ ਬੇਨਤੀ, ਕਿਸੇ ਵੀ ਕਰਮ ਦਾ ਪਤਾ ਧਾਰਮਿਕ ਲੋਕਾਂ ਨੂੰ ਵੀ, ਮਨੋਵਿਗਿਆਨਕ ਸਾਈਕਾਲੋਜੀ ਕਲੀ ਪੜ੍ਹੇ ਲੋਕਾਂ ਨੂੰ ਵੀ, ਜੱਜ ਲੋਕਾਂ ਨੂੰ ਵੀ ਕਿੱਥੋਂ ਪਤਾ ਲੱਗਦਾ? ਮਸਤਕ ਤੋਂ। ਕਿਸੇ ਦੇ ਅੰਦਰ ਕਿੰਨਾ ਕ੍ਰੋਧ ਹੈ ਉਹਦਾ ਮੱਥਾ ਦੱਸੇਗਾ। ਕਿਸੇ ਦੇ ਅੰਦਰ ਤੁਹਾਡੇ ਪ੍ਰਤੀ ਕਿੰਨੀ ਘਿਰਣਾ ਹੈ, ਪੰਜਾਬੀ ਦਾ ਸ਼ਬਦ ਉਹਦੇ ਮੱਥੇ ਦੀਆਂ ਤਿਉੜੀਆਂ ਘੁਲਟੀਆਂ ਦੱਸਣਗੀਆਂ। ਇੱਦਾਂ ਹੀ ਕ੍ਰੋਧ ਮੱਥੇ ਤੇ ਪ੍ਰਗਟ ਹੁੰਦਾ ਹੈ, ਲੋਭ ਮੱਥੇ ਤੇ ਪ੍ਰਗਟ ਹੁੰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਗੁਜੜਾ ਲਾਲ ਹੈ, ਰਤਨ ਹੈ, ਉਹ ਵੀ ਮੱਥੇ ਹੀ ਪ੍ਰਗਟ ਥਿਆ। ਰਤਨ ਲੁਕਾਇਆ ਨਾ ਲੁਕੈ, ਜੇ ਕੋ ਰੱਖੈ ਲੁਕਾਈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਉਹਦੇ ਮਸਤਕ ਦੀ ਇਹ ਨਿਸ਼ਾਨੀ ਹੈ। ਜਿਹਦੇ ਕਰਮ ਮਸਤਕ ਤੇ ਨਿਸ਼ਾਨ ਹੋਵੇ ਨਾ ਬਖਸ਼ਿਸ਼ ਦਾ, ਉਹ ਜਿੱਧਰ ਜਾਏਗਾ ਫਤਿਹ ਪ੍ਰਾਪਤ ਕਰੇਗਾ। ਪ੍ਰਭੂ ਉਹਦੇ ਸੰਗ ਹੈ, ਪ੍ਰਗਟ ਹੈ, ਉਹਦੇ ਅੰਦਰ ਉਹਦੀ ਬਖਸ਼ਿਸ਼ ਦਾ ਟਿੱਕਾ ਹੈ। ਨਿਸ਼ਾਨ ਕਹੀਏ ਸਾਧ ਸੰਗਤ ਜੀ, ਨਿਸ਼ਾਨੀ ਰੂਪ। ਨਿਸ਼ਾਨ ਕਹੀਏ ਝੰਡਾ, ਧਵਜ, ਭਾਵ ਉਹਦੇ ਨਾਲ ਪ੍ਰਗਟ ਹੈ। ਤੇ ਮਿਲਿਆ ਕਿਵੇਂ? ਉਸ ਪੰਜ ਪ੍ਰਵਾਨ ਜਿਹੜੇ ਹੋਏ ਨੇ, ਉਹਦੀ ਨਜ਼ਰ ਨਾਲ ਮਿਲਿਆ ਹੈ। ਨਦਰੀ ਕਰਮ ਪਵੈ ਨਿਸ਼ਾਨ, ਬਖਸ਼ਿਸ਼ ਦਾ ਨਿਸ਼ਾਨ ਉਹਦੇ ਮਸਤਕ ਤੇ ਹੈ।
ਹੁਣ ਬਖਸ਼ਿਸ਼ ਵੀ ਮਸਤਕ ਤੋਂ ਪ੍ਰਗਟ ਹੁੰਦੀ ਹੈ ਤੇ ਸਾਧ ਸੰਗਤ ਜੀ ਲੋਭ ਮੋਹ ਹੰਕਾਰ ਵਿਕਾਰ ਵੀ ਮਸਤਕ ਤੋਂ ਪ੍ਰਗਟ ਹੁੰਦੇ ਨੇ। ਜੋ ਕੁਝ ਬੰਦੇ ਦੇ ਅੰਦਰ ਹੈ, ਮਨ ਅੰਦਰ ਹੈ, ਮੱਥਾ ਹੀ ਤਾਂ ਉਹਦੀ ਇੰਡੈਕਸ ਹੈ, ਮੱਥਾ ਹੀ ਤਾਂ ਸਾਧ ਸੰਗਤ ਜੀ ਉਹਦੀ ਡਿਸਪਲੇ ਹੈ, ਦੱਸਦਾ ਹੈ ਕਿ ਇਹਦੇ ਅੰਦਰ ਕੀ ਹੈ। ਪਕੜਨ ਵਾਲਿਆਂ ਨੂੰ, ਪੜਨ ਵਾਲਿਆਂ ਨੂੰ ਕੱਚ ਪਕਾਈ ਉੱਥੇ ਪਾਏ। ਹੁਣ ਮਾਲਕ ਦੇ ਚਰਨਾਂ ਅੰਦਰ, ਉਹਦੀ ਦਰਗਾਹ ਅੰਦਰ ਸਾਹਿਬ ਕਹਿੰਦੇ ਕੱਚੇ ਤੇ ਪੱਕੇ ਕੱਢੇ ਜਾਂਦੇ ਨੇ। ਆਪਾਂ ਬਚਨ ਪੜ੍ਹਨੇ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਮ੍ਰਿਤ ਬਾਣੀ ਅੰਦਰ ਸਾਹਿਬ ਕਹਿੰਦੇ ਜਿਹੜੇ ਪੱਕੇ ਨੇ ਖਰੇ ਨੇ, ਕੱਚੇ ਖੋਟੇ ਨੇ। ਤੇ ਖਰੇ ਖਜ਼ਾਨੇ ਪਾਈਆ, ਖੋਟੇ ਸੱਟਿਆ ਹੈ ਬਾਹਰ ਵਾਰ। ਹੁਣ ਕੱਚੇ ਤੇ ਪੱਕੇ ਦਾ ਕੀ ਅੰਤਰ ਹੈ ਵੀ 2 ਮਿੰਟਾਂ ਅੰਦਰ ਆਪਾਂ ਸਮਝਾਂਗੇ। ਹੁਣ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਪੱਕੇ ਸੰਤ ਦੀ ਗੱਲ ਕੀਤੀ ਹੈ। ਅੱਜ ਤੇ ਕੁਝ ਸਾਡੇ ਸੱਜਣ ਮੰਨਦੇ ਹੀ ਨਹੀਂ, ਸੰਤ ਹੁੰਦਾ ਹੀ ਨਹੀਂ। ਮੈਂ ਫਿਰ ਬੇਨਤੀ ਕਰਾਂ, ਕਿਸੇ ਚੀਜ਼ ਦੀ ਨਕਲ ਵੱਧ ਜਾਏ, ਕਿਸੇ ਚੀਜ਼ ਦੇ ਨਾਂ ਤੇ ਠੱਗੀ ਵੱਧ ਜਾਏ, ਇਹਦਾ ਮਤਲਬ ਇਹ ਨਹੀਂ ਹੋਇਆ ਹੀ ਨਹੀਂ। ਇਹਦਾ ਮਤਲਬ ਇਹ ਹੈ ਵੀ ਹੋਇਆ ਹੈ, ਉਹਦੇ ਨਾਂ ਤੇ ਠੱਗੀ ਵੱਜ ਰਹੀ ਹੈ। ਜੇ ਸੋਨਾ ਅਸਲੀ ਨਾ ਹੁੰਦਾ ਤੇ ਸ਼ਾਇਦ ਨਕਲੀ ਸੋਨਾ ਵੀ ਨਾ ਹੁੰਦਾ, ਸੋਨੇ ਦੀ ਪਾਲਚ ਵੀ ਨਾ ਹੁੰਦੀ। ਜੇ ਵੱਡੀਆਂ ਅਸਲੀ ਬੱਸਾਂ ਟਰੱਕ ਨਾ ਹੁੰਦੇ, ਅਸਲੀ ਟਰੈਕਟਰ ਨਾ ਹੁੰਦੇ ਤੇ ਸ਼ਾਇਦ ਟਰੈਕਟਰਾਂ ਦੀ ਛੋਟੀ ਛੋਟੀ ਨਕਲ ਵੀ ਨਾ ਹੁੰਦੀ। ਇੱਦਾਂ ਹਰੇਕ ਚੀਜ਼ ਤੁਸੀਂ ਲਾ ਸਕਦੇ ਹੋ। ਸਾਧ ਸੰਗਤ ਜੀ, ਜੇ ਅਸਲੀ ਸੰਤ ਨਾ ਹੁੰਦੇ ਤੇ ਫਿਰ ਨਕਲੀ ਵੀ ਨਾ ਹੁੰਦੇ। ਜੇ ਪੱਕਾ ਸੰਤ ਨਾ ਹੁੰਦਾ ਫਿਰ ਕੱਚੇ ਵੀ ਨਾ ਹੁੰਦੇ। ਤੇ ਜੇ ਹੁੰਦਾ ਹੀ ਨਾ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕਹਿਣ ਦੀ ਕੀ ਲੋੜ ਸੀ? ਨਾਨਕ ਕੱਚੜਿਆਂ ਸੇ ਤੋੜ, ਢੂੜ ਸੱਜਣ ਸੰਤ ਪੱਕਿਆਂ। ਕੀ ਫਰਕ ਹੈ? ਕੱਚਾ ਜਿਹੜਾ ਹੁੰਦਾ ਨਾ ਸਾਧ ਸੰਗਤ ਜੀ, ਉਹ ਰਸਦਾਇਕ ਨਹੀਂ ਹੁੰਦਾ। ਇਹਦਾ ਮਤਲਬ ਉਹ ਚੱਲਿਆ ਹੋਇਆ ਹੁੰਦਾ ਹੈ, ਪਰ ਆਪਣੇ ਆਪ ਨੂੰ ਅਧਵਾਟੇ ਤੋੜ ਲਿਆ। ਹੁਣ ਕੱਚਾ ਫਲ ਟੁੱਟ ਜਾਏ, ਡਿੱਗ ਜਾਏ, ਉਹਨੂੰ ਆਪਾਂ ਵੇਖਾਂਗੇ ਖਟਿਆਈ ਚ ਹੋਏਗਾ, ਰਸਦਾਇਕ ਨਹੀਂ ਹੋਏਗਾ, ਚੰਗਾ ਨਹੀਂ ਲੱਗੇਗਾ। ਖਾ ਲਓਗੇ ਤੇ ਉਹ ਤੋਂ ਬਾਅਦ ਰੋਟੀ ਨਹੀਂ ਖਾ ਸਕੋਗੇ, ਦੰਦ ਵੀ ਖੱਟੇ ਹੋ ਗਏ। ਕੱਚਾ ਆਪ ਵੀ ਖੱਟਾ ਸੀ, ਉਹਨੇ ਤੁਹਾਡੇ ਅੰਦਰ ਨੂੰ ਵੀ ਖੱਟਿਆਂ ਕਰ ਦਿੱਤਾ। ਹੋਰ ਪਦਾਰਥ ਤੋਂ ਉਹਨੇ ਨਕਸ਼ਾ ਪੈਦਾ ਕਰ ਦਿੱਤੇ। ਕੱਚਾ ਧਾਰਮਿਕ ਹੋਵੇ, ਕੱਚਾ ਸਾਧੂ ਹੋਵੇ, ਕੱਚਾ ਸੰਤ ਹੋਵੇ, ਉਹ ਆਪ ਵੀ ਅਧਵਾਟੇ ਟੁੱਟਿਆ ਹੋਇਆ। ਜਿਹੜਾ ਉਹਦੇ ਨਾਲ ਜੁੜ ਗਿਆ ਉਹਨਾਂ ਨੂੰ ਵੀ ਅਧਵਾਟੇ ਰੱਖ ਲਿਆ। ਤੇ ਜਿਵੇਂ ਕੱਚੀ ਚੀਜ਼ ਖਾ ਕੇ ਖਟਿਆਈ ਦੰਦਾਂ ਨੂੰ ਲੱਗ ਜਾਏ, ਮੁੜ ਕੇ ਰੋਟੀ ਨਹੀਂ ਖਾਧੀ ਜਾਂਦੀ, ਦਿਲ ਨਹੀਂ ਕਰਦਾ ਨਾ। ਇਹ ਹੁੰਦਾ ਧਾਰਮਿਕ ਦੁਨੀਆ ਅੰਦਰ। ਕੱਚੇ ਨਾਲ ਤੁਹਾਡਾ ਵਾਹ ਪੈ ਗਿਆ। ਬਹੁਤ ਬੰਦੇ ਕੱਚਿਆਂ ਤੋਂ ਨਾਸਤਕ ਹੋ ਜਾਂਦੇ ਨੇ। ਉਹ ਕਹਿੰਦੇ ਇਹਦਾ ਮਤਲਬ ਕੋਈ ਪੱਕਾ ਵੀ ਨਹੀਂ ਹੋਇਆ। ਕੱਚੀ ਚੀਜ਼ ਖਾਣ ਵਾਲਿਆ, ਕੱਚਾ ਫਲ ਤੈਨੂੰ ਮਿਲ ਗਿਆ ਤੇ ਇਹਦਾ ਮਤਲਬ ਇਹ ਨਹੀਂ ਇਹਦੇ ਨਾਲ ਦਾ ਪੱਕਾ ਵੀ ਹੋਏਗਾ। ਤਾਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਨਾਨਕ ਕੱਚੜਿਆਂ ਸੇ ਤੋੜ, ਕੱਚਿਆਂ ਨੂੰ ਛੱਡ, ਉਹਨਾਂ ਦਾ ਖਿਆਲ ਨਾ ਕਰ। ਢੂੰਡ ਲੱਭ, ਇਹਦਾ ਮਤਲਬ ਜੇ ਕੱਚਾ ਹੈਗਾ ਤੇ ਕੋਈ ਪੱਕਾ ਵੀ ਹੋਏਗਾ। ਹਨੇਰੀ ਵਗੀ ਹੋਏਗੀ, ਪਤਾ ਨਹੀਂ ਕਿੰਨੇ ਕੱਚੇ ਫਲ ਟੁੱਟ ਗਏ ਹੋਣਗੇ। ਕੁਝ ਟੁੱਟ ਕੇ ਧਰਤੀ ਤੇ ਡਿੱਗੇ ਹੋਣਗੇ ਤੇ ਕੁਝ ਬਾਬਾ ਕਬੀਰ ਸਾਹਿਬ ਕਹਿੰਦੇ ਡਾਲੀ ਨਾਲ ਵੀ ਲੱਗੇ ਰਹਿ ਜਾਂਦੇ ਆ ਕੱਚੇ। ਉਹਨਾਂ ਦੀ ਨਿਸ਼ਾਨੀ ਇਹ ਹੈ, ਉਹ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ। ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਭੂਚੇ ਖਸਮ ਸਿਓ, ਜੋ ਬੀਜ ਨਾ ਖਾਈ ਕਾਮ। ਕੁਝ ਟੁੱਟ ਜਾਂਦੇ ਨੇ, ਕੁਝ ਨਾਲ ਲੱਗੇ ਰਹਿ ਜਾਂਦੇ ਨੇ। ਨਾਲ ਲੱਗੇ ਵੇਖਿਓ, ਉਹ ਰਸਦਾਇਕ ਨਹੀਂ ਹੁੰਦੇ ਪਰ ਚਮਟੇ ਰਹਿੰਦੇ ਨੇ। ਇੱਦਾਂ ਤੁਸੀਂ ਧਾਰਮਿਕ ਜਗਤ ਵਿੱਚ ਵੇਖੋਗੇ, ਕੁਝ ਕੱਚੇ ਟੁੱਟ ਗਏ, ਕੁਝ ਕਾਂਬ ਖਾ ਗਏ ਵਿੱਚੋਂ, ਉਹ ਜੁੜੇ ਹੋਏ ਨੇ, ਲੱਗੇ। ਇੱਦਾਂ ਦੁਨੀਆ ਨੂੰ ਵੇਖਣ ਨੂੰ ਲੱਗਦੇ ਨਹੀਂ, ਇਹ ਅਜੇ ਵੀ ਲੱਗੇ ਆਉਂਦੇ ਨੇ। ਪਰ ਸਾਧ ਸੰਗਤ ਜੀ, ਉਹ ਕਾਂਬ ਖਾ ਕੇ ਉਹ ਕਾਲੇ ਹੋ ਗਏ। ਕਿਹਾ ਨਾ ਗੁਰੂ ਗ੍ਰੰਥ ਸਾਹਿਬ ਨੇ, ਸਾਹਿਬ ਸਤਿਗੁਰੂ ਕਹਿੰਦੇ ਕਾਲੀ ਹੋਈ ਆ ਦੇਹੋਰੀ। ਕਿਉਂ ਹੋ ਗਈ? ਸਰੀਰ ਕਾਲਾ ਕਿਉਂ ਹੋ ਗਿਆ? ਕਿਉਂਕਿ ਟੁੱਟ ਗਿਆ ਸੱਚੇ ਨਾਲ। ਤੀਜੀ ਅਵਸਥਾ ਵੀ ਹੁੰਦੀ ਹੈ ਕੱਚੇ ਦੀ, ਇੱਕ ਬਹੁਤ ਧਿਆਨ ਨਾਲ ਸਮਝੋ। ਕੱਚ ਪਕਾਈ ਉੱਥੇ ਪਾਏ। ਅਸੀਂ ਨਹੀਂ ਕਿਸੇ ਬੰਦੇ ਬਾਰੇ ਨਿਰਣਾ ਕਰ ਸਕਦੇ ਵੀ ਇਹ ਕੱਚਾ ਕਿ ਪੱਕਾ ਹੈ। ਇਹ ਤਾਂ ਮਾਲਕ ਕਰਦਾ, ਉਹਨੂੰ ਪਤਾ ਲੱਗਦਾ ਹੈ। ਜਾਂ ਗੁਰੂ ਕੀ ਬਾਣੀ ਕਰਦੀ, ਗੁਰੂ ਕੇ ਅੰਮ੍ਰਿਤ ਬਚਨ ਕਰਦੇ, ਗੁਰੂ ਕਾ ਇਤਿਹਾਸ ਦੱਸਦਾ ਹੈ। ਜਦੋਂ ਬੰਦੇ ਦੇ ਜੀਵਨ ਉਹਦੇ ਚੋਂ ਆਪਾਂ ਵੇਖਾਂਗੇ ਨਾ, ਫਿਰ ਪਤਾ ਲੱਗੇਗਾ। ਉਦਾਹਰਨ ਦੇ ਸੌਖੀ, ਜਿਵੇਂ ਹਵਾ ਦਾ ਪ੍ਰੈਸ਼ਰ ਕਦੇ ਤੇਲ ਵਾਲਾ ਮੀਟਰ ਨਹੀਂ ਦੱਸਦਾ, ਤੇ ਸਾਧ ਸੰਗਤ ਜੀ ਇੰਜਨ ਦਾ ਪ੍ਰੈਸ਼ਰ ਕਦੇ ਹਵਾ ਵਾਲਾ ਮੀਟਰ ਨਹੀਂ ਦੱਸਦਾ ਗੱਡੀ ਦਾ। ਸਪੀਡੋਮੀਟਰ ਕਦੇ ਵੀ ਗੱਡੀ ਦਾ ਗਰਮ ਠੰਡਾ ਨਹੀਂ ਦੱਸਦਾ। ਵੱਖਰੇ ਵੱਖਰੇ ਮੀਟਰ ਨੇ। ਇਵੇਂ ਜਿਹੜਾ ਗੁਰਬਾਣੀ ਦਾ ਅੰਮ੍ਰਿਤ ਬਚਨ ਹੈ, ਇਹ ਸਾਡੇ ਜੀਵਨ ਲਈ ਇੱਕ ਪੈਮਾਨਾ ਹੈ, ਸ਼ੀਸ਼ਾ ਹੈ, ਮੀਟਰ ਹੈ। ਦੱਸੇਗਾ ਵੀ ਕੱਚਾ ਕਿ ਪੱਕਾ ਹੈ। ਆਪਣੇ ਆਪ ਨੂੰ ਲਾ ਕੇ ਵੇਖ, ਦੂਜਿਆਂ ਨੂੰ ਕਾਹਨੂੰ ਲਾਉਂਦਾ ਫਿਰਦਾ। ਅੱਜ ਦੁਨੀਆ ਦੂਜਿਆਂ ਨੂੰ ਮੀਟਰ ਲਾ ਬਹੁਤੀ ਵੇਂਦੀ, ਆਪਣੇ ਆਪ ਨੂੰ ਨਹੀਂ ਵੇਂਦੇ। ਅਸੀਂ ਜਿਹੜੀ ਬੇਨਤੀ ਕਰ ਰਿਹਾ ਸੀ, ਤੀਜੀ ਅਵਸਥਾ ਕੀ? ਪਹਿਲੀ ਅਵਸਥਾ ਕੱਚੇ ਟੁੱਟ ਗਏ, ਦੂਜੀ ਅਵਸਥਾ ਕੁਝ ਨਾਲ ਲੱਗੇ ਰਹਿ ਗਏ, ਕਾਂਬ ਖਾ ਗਏ, ਹਨੇਰੀ ਆਈ, ਅੱਧੇ ਕੁ ਟੁੱਟ ਗਏ ਪਰ ਕਾਲੇ ਹੋਣ ਲੱਗ ਪਏ, ਲੱਗੇ ਹੋਏ।
ਗੁਸਤਾਖੀ ਮਾਫ ਧਾਰਮਿਕ ਬੰਦੇ ਵੇਖੋਗੇ ਚਮਟੇ ਹੋਏ ਨੇ, ਪਰ ਕਾਂਬ ਖਾਧੀ ਹੋਈ ਹੈ, ਵੇਖਣ ਨੂੰ ਲੱਗ ਰਿਹਾ ਨਾਲ ਹੀ ਲੱਗਾ ਹੈ। ਜਿਹੜੀ ਇਹਨੇ ਕਾਂਬ ਖਾਧੀ ਹੁੰਦੀ ਨਾ, ਮੰਨ ਲਓ ਅੰਬ ਹੀ ਹੈ, ਉਹ ਸੁੱਕ ਰਿਹਾ ਹੁੰਦਾ, ਕਾਲਾ ਹੋ ਰਿਹਾ ਹੁੰਦਾ, ਦੇਖਣ ਨੂੰ ਨਾਲ ਲੱਗਾ ਹੈ, ਪਰ ਜੁੜਿਆ ਨਹੀਂ ਹੁੰਦਾ ਨਾਲ, ਰਸ ਨਹੀਂ ਲੈ ਰਿਹਾ ਉਹ। ਤੀਜੇ ਐਸੇ ਕੱਚੇ ਵੀ ਹੁੰਦੇ, ਨਾ ਡਿੱਗੇ ਨਾ ਕਾਂਬ ਖਾਧੀ, ਲੱਗੇ ਹੀ ਰਹੇ। ਤੇ ਇੱਕ ਦਿਨ ਸਾਧ ਸੰਗਤ ਜੀ ਪੱਕ ਗਏ। ਸਾਹਿਬ ਕਹਿੰਦੇ ਐਸੇ ਰੱਬ ਦੇ ਪਿਆਰੇ ਨੇ ਜਿਹੜੇ ਉਹ ਪੱਕੇ ਹੁੰਦੇ, ਉਹਨਾਂ ਨੂੰ ਢੂੰਡ ਸੱਜਣ ਸੰਤ ਪੱਕੇ ਆ, ਉਹ ਗੁਰੂ ਨਾਲ ਜੁੜੇ ਹੀ ਨੇ। ਉਹਨਾਂ ਨੂੰ ਪਤਾ ਲੱਗ ਗਿਆ ਜੇ ਗੁਰ ਝੜਕੇ ਤਾਂ ਮਿੱਠਾ ਲਾਗੇ, ਬਖਸ਼ੇ ਗੁਰ ਵਡਿਆਈ। ਉਹਦੀ ਮਰਜ਼ੀ ਹੈ, ਭਾਵੇਂ ਧੀਰਕ ਭਾਵੇਂ ਧੱਕੇ, ਏਕ ਵਡਾਈ ਦੇ। ਧੀਰਕ ਵੀ ਦਿੰਦਾ, ਧੱਕੇ ਵੀ ਦਿੰਦਾ, ਉਹਦੀ ਵਡਿਆਈ ਹੈ ਦੋਹਾਂ 'ਚ। ਇਸ ਲਈ ਪਰ ਪਤਾ ਕਿੱਥੇ ਲੱਗਾ, ਕੱਚ ਪਕਾਈ ਉੱਥੇ ਪਾਏ। ਕੱਚੇ ਤੇ ਪੱਕੇ ਦਾ ਰਿਜ਼ਲਟ ਮਾਲਕ ਦੇ ਚਰਨਾਂ ਵਿੱਚ ਹੁੰਦਾ ਹੈ। ਭਾਵ ਜਾਂ ਫਿਰ ਕਦੇ ਆਪਣੀ ਉਹ ਕਸਵੱਟੀ ਲਾਉਂਦਾ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਈ, ਰਾਮ ਕਸੌਟੀ ਸੋ ਸਹੈ। ਜੋ ਮਰ ਜੀਵਾ ਹੋਏ ਉਹ ਫਿਰ ਸਹਿ ਜਾਂਦੇ ਨੇ, ਉਹ ਪੱਕ ਜਾਂਦੇ ਨੇ। ਤੇ ਪੱਕਿਆ ਰਸਦਾਇਕ ਹੁੰਦਾ ਹੈ। ਪੱਕਿਆ ਹੋਇਆ ਸਾਧੂ ਭਾਵ ਉਹਦੇ ਨਾਲ ਜੁੜ ਕੇ ਜਿਹਨੇ ਆਪ ਰਸ ਲੈ ਲਿਆ, ਉਹ ਰਸ ਵੰਡੇਗਾ। ਪੱਕਿਆ ਹੋਇਆ ਕਿਸੇ ਦੇ ਔਗਣ ਕਿਵੇਂ ਵੇਖੇਗਾ, ਕਿਉਂਕਿ ਉਹ ਤਾਂ ਉਹਦੇ ਨਾਲ ਜੁੜ ਗਿਆ। ਦੀਨ ਦਇਆਲ ਦਇਆਨੰਦ ਦੋਖਣ ਦੇਖਤ ਹੈ ਪਰਦੇਤ ਨਾਰ ਹੈ। ਉਹ ਤਾਂ ਐਸਾ ਸੁਆਮੀ ਹੈ, ਉਹ ਤਾਂ ਔਗਣ ਕੋ ਨਾ ਚਿਤਾਰਨ ਵਾਲਾ, ਉਹਦਾ ਸੁਭਾਅ ਹੈ। ਜੇ ਮਾਲਕ ਦਾ ਸੁਭਾਅ ਔਗਣ ਨਾ ਚਿਤਾਰਨ ਵਾਲਾ, ਫਿਰ ਉਹਦੇ ਨਾਲ ਜੁੜਿਆ ਹੋਇਆ। ਜੇ ਔਗਣ ਚਿਤਾਰਦਾ, ਇਹਦਾ ਮਤਲਬ ਜੁੜਿਆ ਨਹੀਂ ਹੈ। ਇਸ ਲਈ ਸਾਧ ਸੰਗਤ ਜੀ ਸਾਹਿਬ ਨੇ ਅੰਮ੍ਰਿਤ ਬਾਣੀ ਅੰਦਰ ਬਚਨ ਕਹਿ, ਕੱਚ ਪਕਾਈ ਉੱਥੇ ਪਾਏ। ਉੱਥੇ ਕੀ ਪਤਾ ਲੱਗੇਗਾ, ਨਾਨਕ ਗਇਆ ਜਾਪੈ ਜਾਏ। ਜਦੋਂ ਮਾਲਕ ਦੇ ਚਰਨਾਂ ਅੰਦਰ ਜਾਏਗਾ ਸੰਸਾਰ ਤੋਂ ਜਿਉਂ ਕੇ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ, ਇਹਨੂੰ ਕਹਿ ਕੇ ਆਪਾਂ ਸਮਾਪਤੀ ਕਰਨੀ ਹੈ ਸੰਖੇਪ ਸ਼ਬਦਾਂ 'ਚ। ਇੱਥੇ ਸਵਾਲ ਪੈਦਾ ਹੋਇਆ, ਨਾਨਕ ਗਇਆ ਜਾਪੈ ਜਾਏ, ਕਿ ਉਹ ਧਰਤੀ ਤੇ ਜਿਉਂ ਕੇ ਗਿਆ ਹੈ, ਧਰਤੀ ਦੇ ਲੋਕਾਂ ਨੂੰ ਕੀ ਪਤਾ ਲੱਗੇਗਾ। ਅੱਜ ਸ਼ਲੋਕ ਇਹ ਕਹਿੰਦੇ ਨੇ, ਵੇਖੋ ਜੀ ਮੁੜ ਕੇ ਕਿਹੜਾ ਕਿਸੇ ਨੇ ਪਿੱਛੇ ਆ ਕੇ ਦੱਸਿਆ। ਗੱਲ ਅਜੇ ਪਹਿਲਾ ਸਟੈਪ ਧਰਮ ਦਾ ਦੀ ਪੌੜੀ ਹੈ। 4-5 ਜਿਹੜੇ ਖੰਡ ਨੇ, ਪਹਿਲਾ ਖੰਡ ਧਰਮ ਦਾ, ਦੂਜਾ ਗਿਆਨ ਦਾ ਹੈ, ਤੀਜਾ ਸ਼ਰਮ ਦਾ ਹੈ, ਤੇ ਚੌਥਾ ਸਤ ਸੰਗਤ ਕਰਮ ਦਾ ਹੈ, ਫਿਰ ਸੱਚਖੰਡ ਦਾ ਹੈ। ਅਜੇ ਗੱਲ ਪਹਿਲੀ ਪੌੜੀ ਇਸ ਵਿੱਚ ਧਰਮ ਦੀ ਹੈ। ਇਹ ਸਾਹਿਬ ਕਹਿੰਦੇ ਕਿੱਦਾਂ ਪਤਾ ਲੱਗੇਗਾ। ਅਸੀਂ ਕਹਿੰਦੇ ਕਿਹੜਾ ਕਿਸੇ ਨੇ ਮੁੜ ਕੇ ਦੱਸਿਆ ਜੀ। ਸਾਹਿਬ ਕਹਿੰਦੇ ਇਹਦੀ ਇੱਕ ਨਿਸ਼ਾਨੀ ਦੱਸਦੇ ਨੇ। ਕਹਿਣ ਲੱਗੇ ਜੇ ਯਾਤਰਾ ਸਫਲ ਕਰ ਗਿਆ ਨਾ ਜੀਵਨ ਦੀ, ਤੇ ਜ਼ਿੰਦਗੀ ਵਿੱਚ ਉੱਚਾ ਉੱਠ ਜਾਏਗਾ। ਦੋ ਉਦਾਹਰਨ ਲਿਓ। ਮੌਤ ਤੋਂ ਡਰ ਰਿਹਾ, ਅਜੇ ਵੀ ਮੌਤ ਤੋਂ ਡਰ ਰਿਹਾ, ਬਜ਼ੁਰਗ ਹੋ ਗਿਆ, ਅਜੇ ਵੀ ਮਰਨ ਨੂੰ ਦਿਲ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਯਾਤਰਾ ਸਫਲ ਨਹੀਂ ਹੋਈ, ਗੁਸਤਾਖੀ ਮਾਫ। ਨਾਨਕ ਗਿਆ ਜਾਪੈ ਜਾਏ, ਕੱਚ ਪਕਾਈ ਉੱਥੇ ਪਾਏ। ਪਤਾ ਲੱਗੇਗਾ ਨਾ। ਅਜੇ ਵੀ ਤਿਆਗ ਦੀ ਭਾਵਨਾ ਨਹੀਂ ਆਈ। 20-30 ਸਾਲ ਖੁਦ ਵੀ ਉਪਦੇਸ਼ਕ ਬਣਿਆ ਰਿਹਾ। ਗੁਸਤਾਖੀ ਮਾਫ ਮੇਰੇ ਵਰਗੇ ਲੋਕ ਖੁਦ ਵੀ ਪ੍ਰਚਾਰ ਕਰਦੇ ਰਹੇ, ਪਰ ਆਪਣੀ ਸੁਰਤ ਪਦਾਰਥ ਵਿੱਚੋਂ ਨਿਕਲੀ ਨਹੀਂ। ਅੰਤਲੇ ਟਾਈਮ ਤੱਕ ਵੀ ਆਪ ਕੁਝ ਵੰਡਿਆ ਨਹੀਂ, ਆਪ ਕੁਝ ਕੋਲੋਂ ਕਦੇ ਦਿੱਤਾ ਹੀ ਨਹੀਂ। ਮਾਰਫਤ ਆਈ ਨਹੀਂ, ਤਿਆਗ ਪੈਦਾ ਹੋਇਆ ਹੀ ਨਹੀਂ। ਪਦਾਰਥ ਦਾ ਤਿਆਗ ਪੈਦਾ ਨਹੀਂ ਹੋਇਆ, ਪਰਮਾਰਥ ਕਿਵੇਂ ਮਿਲੇ। ਜੇ ਮਿਲਣਾ ਜ਼ਿੰਦਗੀ 'ਚ ਉੱਚੇ ਉੱਠਣਾ ਪੈਣਾ। ਜਿੰਨਾ ਚਿਰੇ ਤੂੰ ਉੱਚਾ ਨਹੀਂ ਉੱਠਦਾ, ਉਨੀ ਦੇਰ ਬਹੁਤੇ ਫੇਰ ਪਏ ਕਿਰਪਣ ਕੋ, ਅਬ ਕਿਛ ਕਿਰਪਾ ਕੀਜੈ। ਜਮ ਜਮ ਮਰੈ ਮਰੈ ਮਰ ਜੰਮੈ, ਬਹੁਤ ਸਜਾਏ ਪਏ ਆਦੇਸ਼ ਲੰਮੈ। ਵਾਰ ਵਾਰ ਆਉਂਦਾ ਰਹੇਗਾ। ਜਿੰਨੀ ਦੇਰ ਓਨੀ ਦੇਰ ਧਰਤੀ 'ਤੇ ਆਏਗਾ, ਜਿੰਨੀ ਦੇਰ ਧਰਤੀ ਨਾਲੋਂ ਪਕੜ ਨਹੀਂ ਛੱਡੇਗਾ। ਗੁਰੂ ਗ੍ਰੰਥ ਸਾਹਿਬ ਦੇ ਰੂਹਾਨੀਅਤ ਦੇ ਬੋਲ ਨੇ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਜਿਸ ਦਿਨ ਮਨ ਕਰਕੇ, ਸੁਰਤ ਕਰਕੇ, ਯਾਦ ਰੱਖਣਾ ਸਰੀਰ ਕਰਕੇ ਨਹੀਂ। ਸਰੀਰ ਕਰਕੇ ਤੇ ਇੱਕ ਦਿਨ ਸਭ ਨੇ ਧਰਤੀ ਤੋਂ ਚਲੇ ਜਾਣਾ। ਜਿਸ ਦਿਨ ਸੁਰਤ ਧਰਤੀ ਤੋਂ ਉੱਠਣ ਲੱਗ ਪਈ, ਤੇ ਸਾਧ ਸੰਗਤ ਜੀ ਫਿਰ ਪ੍ਰਭੂ ਨਾਲ ਜੁੜਨੀ ਸ਼ੁਰੂ ਹੋ ਜਾਏਗੀ। ਇਹ ਧਰਮ ਖੰਡ ਦਾ ਮੁੱਢਲਾ ਰੂਲ ਹੈ। ਇੱਥੋਂ ਫਿਰ ਅੱਗੇ ਸਮਝ ਆਉਂਦੀ ਹੈ। ਗਿਆਨ ਖੰਡ ਦਾ ਜ਼ਿਕਰ ਸਤਿਗੁਰੂ ਅਗਲੇਰੀ ਪੌੜੀ ਅੰਦਰ ਕਰਦੇ ਨੇ, ਯਾਦ ਰੱਖਣਾ। ਇੱਥੋਂ ਤਾਂ ਗੱਲ ਸੀ ਧਰਮ ਖੰਡ ਦੀ। ਧਰਮ ਖੰਡ ਵਿੱਚ ਸਾਧ ਸੰਗਤ ਜੀ ਕੁਝ ਕਰਮ ਖੰਡ ਵੀ ਹੁੰਦੇ ਨੇ। ਹੋਰ ਉਦਾਹਰਨ ਲੈ ਲਿਓ ਸਮਾਪਤੀ ਦੇ ਨਾਲ। ਬੱਚਾ 20 ਸਾਲ ਪਹਿਲੀ ਕਲਾਸ ਵਿੱਚ ਰਵੇ, ਜਿੰਨੀ ਦੇਰ ਉੱਪਰਲੀਆਂ ਕਲਾਸਾਂ ਵੱਲ ਨਹੀਂ ਉੱਠਦਾ, ਉਨੀ ਦੇਰ ਇਮਤਿਹਾਨ ਨਹੀਂ ਹੋਏਗਾ। ਇਮਤਿਹਾਨ ਤਦ ਹੋਏਗਾ ਜੋ ਉੱਪਰਲੀਆਂ ਕਲਾਸਾਂ ਨੂੰ ਜਾਏਗਾ। ਇਮਤਿਹਾਨ ਹੋਇਆ, ਹੋਰ ਉੱਪਰ ਹੋਇਆ, ਹੋਰ ਉੱਪਰ ਹੋਇਆ। ਜੇ 15 ਸਾਲ ਇੱਕੋ ਕਲਾਸ 'ਚ ਬੈਠਾ ਰਹੇ, ਦਾ ਮਤਲਬ ਬੜਾ ਨਲਾਇਕ ਹੈ। ਕਰਮ ਕਾਂਡ ਧਰਮ ਦੀ ਦੁਨੀਆ 'ਚ ਕਰਮ ਕਾਂਡ ਕੀ ਹੈ? ਸ਼ਰ੍ਹਾ। ਭਾਵ ਕੁਝ ਉਹ ਕਰਮ ਜਿਨ੍ਹਾਂ ਦਾ ਧਾਰਮਿਕ ਜਗਤ ਨਾਲ ਬਹੁਤਾ ਸੰਬੰਧ ਨਹੀਂ ਹੁੰਦਾ, ਪਰ ਕੀਤੇ ਜਾ ਰਹੇ ਨੇ। ਸ਼ਾਇਦ ਉਹਨਾਂ ਦੀ ਲੋੜ ਹੁੰਦੀ ਹੈ,
ਹੁਣ ਪਹਿਲੀ ਦੇ ਬੱਚੇ ਨੂੰ ਪਹਿਲੀ ਤੋਂ ਵੀ ਪਹਿਲਾਂ ਜਿਹੜੀ ਨਰਸਰੀ ਹੈ ਜਾਂ ਜਿਹੜੀਆਂ UKG LKG ਕਲਾਸਾਂ ਨੇ, ਇਹ ਕੇਵਲ ਸਿਖਾਲਿਆ ਜਾਂਦਾ ਬੈਠਣਾ, ਪੜ੍ਹਨ ਦੀ ਗੱਲ ਤੇ ਮੁੜ ਕੇ ਆਉਂਦੀ ਨਾ। ਥੱਲੇ ਵਾਲੀਆਂ ਕਲਾਸਾਂ ਨੂੰ ਕਰਮਕਾਂਡ ਕਹਿ ਲਓ, ਪਰ ਉੱਪਰ ਜਾਣ ਲਈ ਕਰਮਕਾਂਡ ਦੀ ਵੀ ਜ਼ਰੂਰਤ ਹੈ। ਇਸ ਲਈ ਗੱਲ ਚੇਤੇ ਰੱਖਣੀ, ਸਹਿਬ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਉੱਪਰ ਉੱਠ, ਉੱਪਰਲੀ ਕਲਾਸ ਤੱਕ ਜਾਏਗਾ ਤੇ ਇੱਕ ਦਿਨ ਜਾਂਦੇ ਆ ਉਹ ਪ੍ਰੋਫੈਸਰ ਤੋਂ ਪੜ੍ਹਨ ਵਾਲਾ ਖੁਦ ਪ੍ਰੋਫੈਸਰ ਹੋ ਜਾਂਦਾ ਹੈ। ਇਸ ਲਈ ਗੁਰੂ ਤੋਂ ਪੜ੍ਹਨ ਵਾਲਾ, ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਸਿੱਖ ਤੇ ਗੁਰੂ ਦਾ ਭੇਦ ਵੀ ਇੱਕ ਦਿਨ ਮਿਟ ਜਾਂਦਾ ਹੈ। ਜੀਵ ਆਤਮਾ ਤੇ ਪਰਮਾਤਮਾ ਦਾ ਭੇਦ ਮਿਟ ਜਾਂਦਾ, ਆਤਮਾ ਪ੍ਰਾਤਮਾ ਇੱਕੋ ਕਰੇ ਪਰ ਮਿਲਦਾ ਕਿਹਨੂੰ ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਮਾਲਕ ਦੇ ਚਰਨਾਂ ਵਿੱਚ ਐਸਾ ਜੀਵ ਲੀਨ ਹੋ ਜਾਂਦਾ ਹੈ, ਧਰਤੀ ਤੋਂ ਉੱਪਰ ਉੱਠ ਕੇ ਜਿਹੜਾ ਧਰਮ ਕਮਾਉਣ ਲੱਗ ਜਾਂਦਾ ਹੈ, ਧਰਮ ਦੀ ਮਰਜ਼ਾਦਾ ਵਿੱਚ ਜਿਹੜਾ ਆ ਜਾਂਦਾ ਹੈ, ਉਹਨੂੰ ਸਤਿਗੁਰੂ ਨੇ ਕਿਹਾ ਤੈਸ ਹੋਈ ਧਰਤੀ ਥਾਪ ਰੱਖੀ। ਧਰਮਸਾਲ ਇਹ ਧਰਮਖੰਡ ਦਾ ਜ਼ਿਕਰ ਸਾਹਿਬ ਨੇ 34ਵੀਂ ਪੌੜੀ ਅੰਦਰ ਕੀਤਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਉਦਾਸ ਦੀਆਂ ਸਮਝ ਤੇ ਛੱਡ ਦੇਣੀਆਂ। ਬਚਨ ਸਾਹਿਬ ਦੇ ਜਾਣ ਕੇ ਹਿਰਦਿਆਂ ਤੇ ਵਸਾ ਲਏ ਨੇ। ਭੁੱਲਾਂ ਦੀ ਮਾਫੀ ਦਿੰਦਿਆਂ ਅਸੀਸਾਂ ਦੀ ਬਖਸ਼ਿਸ਼ ਕਰਨੀ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ, ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।